ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਬੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਿ ਉਪਕਾਰੀ। ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਸਨਮਾਨਯੋਗ ਸਤ ਸੰਗਤ ਜੀਓ, ਅੱਜ ਦੇ ਇਤਿਹਾਸਕ ਦਿਹਾੜੇ 'ਤੇ ਗੁਰਮਤਿ ਗੁਰਬਾਣੀ ਇਤਿਹਾਸਕ ਵਿਚਾਰਾਂ ਆਰੰਭ ਕਰਾਂ। ਪੇਸ਼ਤਰ ਸਤਿਗੁਰ ਦੀ ਬਖਸ਼ੀ ਸਨਿਮਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਬੰਦੀ ਛੋੜ ਦਿਵਸ ਦੀਵਾਲੀ ਦੀਆਂ ਹਾਰਦਿਕ ਵਧਾਈਆਂ ਸ਼ੁਭ ਕਾਮਨਾਵਾਂ ਆਪ ਸੰਗਤਾਂ ਨੂੰ ਦੇਣਾ ਹੈ, ਕਿਉਂਕਿ ਇਹ ਇੱਕੋ ਇੱਕ ਤਿਉਹਾਰ ਹੈ ਜੋ ਸਾਰਿਆਂ ਦਾ ਸਾਂਝਾ ਹੈ ਅਤੇ ਸਾਰੇ ਹੀ ਮਨਾਉਂਦੇ ਹੈ। ਹਿੰਦੂ ਮਨਾਉਂਦੇ ਨੇ, ਸਿੱਖ ਮਨਾਉਂਦੇ ਨੇ, ਜੈਨ ਮਨਾਉਂਦੇ ਨੇ, ਬੋਧੀ ਮਨਾਉਂਦੇ ਨੇ। ਔਰ ਜਿਸ ਦਾ ਅੰਦਰ ਦੀ ਦੁਨੀਆ ਤੇ ਬਾਹਰ ਦੀ ਦੁਨੀਆ ਨਾਲ ਬੜਾ ਗਹਿਰਾ ਸੰਬੰਧ ਹੈ। ਇਤਿਹਾਸ ਨਾਲ ਸੰਬੰਧ ਹੈ, ਸਪਿਰਿਚੁਅਲਿਟੀ ਨਾਲ ਸੰਬੰਧ ਹੈ, ਰੂਹਾਨੀਅਤ ਨਾਲ ਸੰਬੰਧ ਹੈ। ਔਰ ਇਸ ਤਿਉਹਾਰ ਦਾ ਨਾਮ ਦੀਵਾਲੀ ਹੈ। ਦੀਵਾਲੀ, ਹੁਣੇ ਭਾਈ ਸਾਹਿਬ ਸ਼ਬਦ ਵੀ ਪੜ੍ਹ ਕੇ ਗਏ ਨੇ। ਭਾਈ ਭਾਵੇਂ ਗੁਰਦਾਸ ਜੀ ਦੀ ਉਹ ਵਾਰ ਹੈ, ਉਹਦੇ ਵਿੱਚ ਉਹਨਾਂ ਨੇ ਸ਼ਬਦ ਦੀਵਾਲੀਓ ਹੀ ਵਰਤਿਆ ਹੈ। ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਇਹਦਾ ਮਤਲਬ ਇਹ ਹੈ, ਜੇ ਭਾਈ ਗੁਰਦਾਸ ਲਿਖ ਰਹੇ ਹਨ ਤੇ ਉਸ ਵਕਤ ਦੇ ਹਿਸਾਬ ਦੇ ਨਾਲ ਵੀ ਦੀਵਾਲੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਪੁਰਬ ਮਨਾਇਆ ਜਾਂਦਾ ਹੈ। ਤੇ ਇਸ ਦਾ ਸਿੱਖ ਇਤਿਹਾਸ ਦੇ ਨਾਲ, ਤਵਾਰੀਖ ਦੇ ਨਾਲ ਬੜਾ ਗਹਿਰਾ ਸੰਬੰਧ ਹੈ। ਥੋੜ੍ਹੀ ਇਕਾਗਰਤਾ ਪ੍ਰਦਾਨ ਕਰਨਾ, ਕਿਉਂਕਿ ਮੈਂ ਦੇਖ ਰਿਹਾ ਸੰਗਤ ਵਿੱਚ ਬੜਾ ਭਾਰੀ ਉਤਸ਼ਾਹ ਹੈ। ਮਹਾਰਾਜ ਦੀ ਕਿਰਪਾ ਹੈ, ਦੂਰ ਦਰਾਜ਼ ਤੋਂ ਸਿੱਖ ਸੰਗਤਾਂ ਆ ਰਹੀਆਂ ਹੈ, ਹਾਜ਼ਰੀ ਭਰ ਰਹੀਆਂ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ 6ਵੀਂ ਜੋਤ, ਉਹਨਾਂ ਦਾ ਇਤਿਹਾਸ ਨਾਲ ਤੇ ਇਹ ਬੰਦੀ ਛੋੜ ਦਿਵਸ ਨਾਲ ਬੜਾ ਗਹਿਰਾ ਸੰਬੰਧ ਹੈ। ਤੇ ਨਾਲ ਮੈਂ ਬੇਨਤੀ ਕਰਾਂ, ਗੁਰੂ ਘਰ ਦੇ ਬ੍ਰਹਮ ਗਿਆਨੀ, ਬ੍ਰਹਮ ਨਿਸ਼ਟੀਏ, ਬ੍ਰਹਮ ਸਰੋਤਰੀਏ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਇਹਦੇ ਨਾਲ ਸੰਬੰਧ ਹੈ। ਇਸ ਪੁਰਬ ਦੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਵਡਿਆਈ ਵੀ ਉਜਾਗਰ ਹੁੰਦੀ ਹੈ। ਥੋੜ੍ਹਾ ਜਿਹਾ ਧਿਆਨ ਨਾਲ ਸਰਵਣ ਕਰਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਆਗਮਨ ਹੀ ਮੈਂ ਮੁਕਤਸਰ ਤਵਾਰੀਖ ਇਤਿਹਾਸ ਆਪ ਜੀ ਦੇ ਸਮਸਤ ਭੇਟ ਕਰਾਂ। ਧੰਨ ਧੰਨ ਬਾਬਾ ਬੁੱਢਾ ਜੀ ਦੀ ਅਰਦਾਸ ਨਾਲ ਹੋਇਆ ਹੈ। ਸਾਰੇ ਹੀ ਇਤਿਹਾਸਕਾਰਾਂ ਨੇ ਮੰਨਿਆ ਹੈ, 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਧੰਨ ਧੰਨ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਹੈ
ਤੇ ਉੱਥੇ ਉਹਨਾਂ ਨੇ ਮਾਤਾ ਗੰਗਾ ਜੀ ਨੂੰ ਇੱਕ ਬਚਨ ਕੀਤਾ ਹੈ ਕਿ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਇਹ ਬਾਬਾ ਬੁੱਢਾ ਸਾਹਿਬ ਦੇ ਬਚਨ ਹਨ। ਤੁਹਾਡੇ ਘਰ ਇੱਕ ਐਸਾ ਯੋਧਾ ਪੈਦਾ ਹੋਵੇਗਾ, ਜਿਵੇਂ ਮੈਂ ਪਿਆਜ਼ ਨੂੰ ਭੰਨਿਆ ਹੈ ਮੁੱਠੀ ਦੇ ਨਾਲ, ਉਹ ਦੁਸ਼ਮਣਾਂ ਦੇ ਸਿਰ ਭੰਨੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਵਡਾਲੀ ਦੀ ਧਰਤੀ ਤੇ ਆਗਮਨ ਹੋਇਆ ਹੈ, ਪ੍ਰਕਾਸ਼ ਹੋਇਆ ਹੈ। ਤੇ ਉੱਥੇ ਸਿੱਖ ਤਵਾਰੀਖ ਇਤਿਹਾਸ ਕਹਿੰਦੀ ਹੈ, ਧੰਨ ਗੁਰੂ ਅਰਜਨ ਸਾਹਿਬ ਨੂੰ ਖਬਰ ਪਹੁੰਚੀ ਹੈ, ਮਹਾਰਾਜ ਤੁਹਾਡੇ ਘਰ ਇੱਕ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ, ਇੱਕ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਉਸ ਕਮਰੇ ਦੇ ਵਿੱਚ ਆਪ ਹਜ਼ੂਰ ਪਹੁੰਚੇ ਨੇ, ਜਿੱਥੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੁੰਦਾ ਹੈ। ਮੈਂ ਬੇਨਤੀ ਕਰਾਂ, ਇਹ ਕਹਾਣੀ ਨਹੀਂ ਹੈ, ਇਹ ਬਾਣੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੇ ਪ੍ਰਥਾਏ ਕੁਝ ਸ਼ਬਦ ਉਚਾਰਨ ਕੀਤੇ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ। ਤੇ ਉਹ ਸ਼ਬਦ ਹੈ, ਸਤਿਗੁਰ ਸਾਚੇ ਦੀਆ ਭੇਜ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਅਕਾਲ ਪੁਰਖ ਦੀ ਕਿਰਪਾ ਨਾਲ ਹੋਇਆ ਹੈ। ਤਾਂ ਮੈਂ ਮੁਕਤਸਰ ਅਰਜ਼ ਕਰਾਂ, ਧੰਨ ਗੁਰੂ ਅਰਜਨ ਸਾਹਿਬ ਨੇ ਅਜੇ ਤੀਕਰ ਬੱਚੇ ਦਾ ਨਾਮ ਨਹੀਂ ਰੱਖਿਆ। ਸਿੱਖ ਤਵਾਰੀਖ ਦੇ ਮੁਤਾਬਕ ਝਬਾਲ ਦੀ ਧਰਤੀ ਤੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ ਹੈ। ਧੰਨ ਧੰਨ ਬਾਬਾ ਬੁੱਢਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਕਰ ਕਮਲਾਂ ਦੇ ਵਿੱਚ ਲਿਆ ਹੈ। ਤੇ ਉੱਥੇ ਸਿੱਖ ਤਵਾਰੀਖ ਕਹਿੰਦੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਬਚਪਨ ਤੋਂ ਹੀ ਬੜੇ ਦੇਖਣ ਦੇ ਵਿੱਚ ਆਕਰਸ਼ਕ ਹਨ। ਉਹਨਾਂ ਦੇ ਵਾਲ ਬੜੇ ਸੁੰਦਰ ਹਨ, ਉਹਨਾਂ ਦੇ ਸਰੀਰ ਦੀ ਬਣਤਰ ਬੜੀ ਸੁੰਦਰ ਹੈ। ਜਿਵੇਂ ਮੈਂ ਬੇਨਤੀ ਕਰਾਂ, ਕਈ ਬੱਚੇ ਐਸੇ ਹੁੰਦੇ ਆ ਜਿਵੇਂ ਦੂਰ ਹੀ ਖੜੇ ਹੋਣ ਨਾ ਤੇ ਦਿਲ ਕਰਦਾ ਉਹਨਾਂ ਨੂੰ ਪਿਆਰ ਕਰੀਏ, ਪਿਆਰੇ ਹੁੰਦੇ ਨੇ, ਅਟਰੈਕਟਿਵ ਹੁੰਦੇ ਨੇ, ਜਿਹਨੂੰ ਕਹੀਏ ਗਲੈਮਰਸ ਬੁਆਏ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ 'ਚ ਕਵੀ ਸੰਤੋਖ ਸਿੰਘ ਜੀ ਨੇ 2-3 ਪੇਜ ਬਕਾਇਦਾ ਉਹਨਾਂ ਦੇ ਸਰੀਰ ਦੀ ਉਸਤਤ 'ਚ ਲਿਖੇ ਹਨ। ਮੈਂ ਬੇਨਤੀ ਕਰਾਂ, ਉਹ ਸੰਡੋਲ ਹਨ, ਅੱਖਾਂ ਬੜੀਆਂ ਅਟਰੈਕਟਿਵ ਹਨ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਬਾਬਾ ਬੁੱਢਾ ਜੀ ਨੇ ਹੀ ਰੱਖਿਆ ਹੈ, ਉਹਨਾਂ ਨੇ ਨਾਮ ਹਰਗੋਬਿੰਦ ਰੱਖਿਆ ਹੈ। ਮੈਂ ਅਰਜ਼ ਕਰਾਂ, ਇਹ ਬਾਬਾ ਬੁੱਢਾ ਸਾਹਿਬ ਜੀ ਦੀਆਂ ਹੀ ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਹਨ। ਅੱਗੇ ਚੱਲੀਏ ਅੱਜ ਦੇ ਇਤਿਹਾਸ ਵੱਲ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਦੀ ਧਰਤੀ ਤੇ ਅੰਮ੍ਰਿਤਸਰ ਤੋਂ ਰਵਾਨਾ ਹੋਏ ਹਨ, ਸਿੱਖ ਤਵਾਰੀਖ ਦੇ ਮੁਤਾਬਕ ਹਜ਼ੂਰ ਦੇ ਨਾਲ 5 ਸਿੱਖ ਹਨ। ਉਹ 5 ਸਿੱਖਾਂ ਨੂੰ ਲੈ ਕੇ ਮਹਾਰਾਜ ਦਾ ਕਾਫਲਾ ਜਦੋਂ ਲਾਹੌਰ ਦੀ ਧਰਤੀ ਨੂੰ ਚੱਲਿਆ ਹੈ ਤੇ ਇਕਾਗਰਤਾ ਨਾਲ ਸਰਵਣ ਕਰਨਾ। ਜਦੋਂ ਅੰਮ੍ਰਿਤਸਰ ਤੋਂ ਲਾਹੌਰ ਜਾਓ, ਰਸਤੇ ਦੇ ਵਿੱਚ ਇੱਕ ਅਸਥਾਨ ਆਉਂਦਾ ਹੈ ਪਿਪਲੀ ਸਾਹਿਬ। ਮੈਂ ਉਹਦੇ ਦਰਸ਼ਨ ਵੀ ਕੀਤੇ, ਸ਼ਾਇਦ ਆਪ ਨੇ ਵੀ ਦਰਸ਼ਨ ਕੀਤੇ ਹੋਣ। ਉੱਥੇ ਪਿਪਲੀ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਬਿਰਾਜਮਾਨ ਹਨ। ਉੱਥੇ ਕੁਝ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਹੈ। ਤਵਾਰੀਖ ਦੇ ਮੁਤਾਬਕ ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਨੇ ਸਾਰੀਆਂ ਸੰਗਤਾਂ ਨੂੰ ਇੱਕ ਹੁਕਮ ਕੀਤਾ ਕਿ ਸਾਡੇ ਨਾਲ ਹੁਣ ਅੱਗੇ ਕਿਸੇ ਨੇ ਨਹੀਂ ਜਾਣਾ, ਕੇਵਲ 5 ਸਿੱਖ ਹੀ ਜਾਣਗੇ। ਤੇ ਉੱਥੇ ਕੁਝ ਸਿੱਖਾਂ ਨੇ ਮਹਾਰਾਜ ਨੂੰ ਗੁਜ਼ਾਰਿਸ਼ ਕੀਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਤੁਸੀਂ ਲਾਹੌਰ ਤੋਂ ਵਾਪਸ ਕਦੋਂ ਆਉਣਾ ਹੈ? ਤੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਉੱਥੇ ਧੰਨ ਗੁਰੂ ਅਰਜਨ ਸਾਹਿਬ ਨੇ ਕੋਈ ਉੱਤਰ ਨਹੀਂ ਦਿੱਤਾ। ਪਿਆਰੇ ਸਿੱਖ, ਧੰਨ ਧੰਨ ਬਾਬਾ ਬੁੱਢਾ ਜੀ ਨੇ ਉੱਥੇ ਬੇਨਤੀ ਕੀਤੀ, ਮਹਾਰਾਜ ਕੋਈ ਵੀ ਬੰਦਾ ਪਲਾਨ ਕਰਕੇ ਜਦੋਂ ਜਾਂਦਾ ਹੈ ਤੇ ਅਕਸਰ ਉਹ ਵਾਪਸੀ ਦਾ ਨਾਲ ਪਲਾਨ ਐਡ ਕਰਕੇ ਜਾਂਦਾ ਹੈ। ਤੇ ਤੁਸੀਂ ਲਾਹੌਰ ਦੀ ਧਰਤੀ ਤੋਂ ਵਾਪਸ ਕਦੋਂ ਆਉਣਾ ਹੈ? ਉੱਥੇ ਸਿੱਖ ਇਤਿਹਾਸ ਕਹਿੰਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੇ ਪਰਥਾਏ, ਧੰਨ ਗੁਰੂ ਅਰਜਨ ਸਾਹਿਬ ਨੇ ਕੁਝ ਬਚਨ ਕੀਤੇ ਹਨ। ਬਾਬਾ ਬੁੱਢਾ ਜੀ ਖੜੇ ਹਨ, ਭਾਈ ਸ਼ਾਲੋ ਜੀ ਖੜੇ ਹਨ, ਭਾਈ ਮੰਝ ਜੀ ਖੜੇ ਹਨ, ਭਾਈ ਗੁਰਦਾਸ ਜੀ ਖੜੇ ਹਨ, ਭਾਈ ਪਿਰਾਣਾ ਜੀ ਖੜੇ ਹਨ। ਇਹ ਗੁਰੂ ਅਰਜਨ ਸਾਹਿਬ ਦੇ ਅਗਲ ਬਗਲ ਮੁਖੀ ਗੁਰਸਿੱਖ ਹਨ। ਹਜ਼ੂਰ ਨੇ ਉੱਥੇ ਬਚਨ ਕੀਤਾ, ਬਾਬਾ ਬੁੱਢਾ ਜੀ
ਹਕੀਕਤ ਇਹ ਹੈ, ਵਾਸਤਵਿਕਤਾ ਇਹ ਹੈ, ਰਿਐਲਿਟੀ ਇਹ ਹੈ ਕਿ ਅਸੀਂ ਲਾਹੌਰ ਦੀ ਧਰਤੀ ਤੋਂ ਸ਼ਰੀਰ ਕਰਕੇ ਵਾਪਸ ਨਹੀਂ ਆਵਾਂਗੇ। ਅਸੀਂ ਲਾਹੌਰ ਦੀ ਧਰਤੀ ਤੋਂ ਵਾਪਸ ਨਹੀਂ ਪਰਤਣਾ। ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਉੱਥੇ ਧੰਨ ਗੁਰੂ ਅਰਜਨ ਸਾਹਿਬ ਹੁਕਮ ਕਰਦੇ ਨੇ, ਬਚਨ ਕਰਦੇ ਨੇ, ਸਾਡੇ ਤੋਂ ਬਾਅਦ ਗੁਰਿਆਈ ਤੇ ਬਾਲਕ ਹਰਗੋਬਿੰਦ ਬਿਰਾਜਮਾਨ ਹੋਣਗੇ, ਉਹ ਸ਼ੋਭਤ ਹੋਣਗੇ। ਖੈਰ ਮਹਾਰਾਜ ਦੀ ਸ਼ਹਾਦਤ ਹੋਈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਿਆਈ ਤੇ ਬਿਰਾਜਮਾਨ ਹੋਏ। ਤੇ ਮੈਂ ਇਹ ਵੀ ਅਰਜ਼ ਕਰਾਂ, ਦਿਸ ਇਜ਼ ਏ ਮੋਸਟ ਇੰਪੋਰਟੈਂਟ ਐਲੀਮੈਂਟ ਆਫ ਈਵੈਂਟਸ ਇਨ ਦਾ ਸਿੱਖ ਹਿਸਟਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਿਆਈ ਤੇ ਬੈਠਣਾ ਇੱਕ ਸਿੱਖ ਇਤਿਹਾਸ ਦਾ ਟਰਨਿੰਗ ਪੁਆਇੰਟ ਸੀ। ਉਹ ਕਿਉਂ? ਕਿਉਂਕਿ ਉੱਥੇ ਭਾਈ ਗੁਰਦਾਸ ਜੀ ਨੇ ਜਿਹੜੇ ਸ਼ਬਦ ਕਹੇ ਹੈ, ਉਹ ਕਹਿੰਦੇ ਨੇ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰਬਾਰੀ, ਅਰਜਨ ਕਾਇਆ ਪਲਟ ਕੇ, ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਤੇ ਉੱਥੇ ਭਾਈ ਗੁਰਦਾਸ ਜੀ ਨੇ ਜਿਹੜੀ ਇਬਾਰਤ ਕਹੀ, ਥੋੜਾ ਧਿਆਨ ਨਾਲ ਸਰਵਣ ਕਰਨਾ। ਉਹ ਕਹਿੰਦੇ ਨੇ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਤ ਤੇ ਹਨ, ਪਰ ਨਾਲ ਸਿਪਾਹੀ ਵੀ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਲ ਪੰਜਨ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੂਰਬੀਰ ਬਹਾਦਰ ਹਨ। ਤੇ ਕਵੀ ਸੰਤੋਖ ਸਿੰਘ ਤੇ ਗੁਰਬਿਲਾਸ ਪਾਤਸ਼ਾਹ ਛੇਵੀਂ ਦੇ ਕਰਤਾ ਨੇ ਇੱਕ ਗੱਲ ਲਿਖੀ, ਥੋੜਾ ਧਿਆਨ ਨਾਲ ਸਰਵਣ ਕਰਨਾ। ਕਹਿੰਦੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜਿਸ ਘੋੜੇ ਤੇ ਬਿਰਾਜਮਾਨ ਹੁੰਦੇ ਹਨ, ਜਿਸ ਘੋੜੇ ਤੇ ਮਹਾਰਾਜ ਸਵਾਰੀ ਕਰਦੇ ਹਨ, ਉਹ ਘੋੜਾ ਵੀ ਕੋਈ ਮਾਮੂਲੀ ਘੋੜਾ ਨਹੀਂ, ਬਕਾਇਦਾ ਕਾਬਲ ਦੀ ਇੱਕ ਜਿਨਸ ਹੈ। ਉਹ ਸਪੈਸ਼ਲ ਘੋੜਾ ਹੈ। ਕਿਸੇ ਮਾਮੂਲੀ ਘੋੜੇ ਤੇ ਗੁਰੂ ਹਰਗੋਬਿੰਦ ਸਾਹਿਬ ਬਿਰਾਜਮਾਨ ਹੀ ਨਹੀਂ ਹੁੰਦੇ। ਮਹਾਰਾਜ ਦੇ ਉਹਨਾਂ ਨੇ ਇਬਾਰਤ ਲਿਖੀ, ਵਕਤ ਦਾ ਹੁਕਮਰਾਨ ਜਹਾਂਗੀਰ ਦੇ ਇੰਜ ਕਹੀਏ ਸੁਪਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਨੇਸਤੋ ਨਾਬੂਦ ਕਰ ਦਿੱਤੇ। ਉਹ ਜਹਾਂਗੀਰ ਦਾ ਇੱਕ ਸੁਪਨਾ ਸੀ। ਪਤਾ ਕੀ, ਉਹਨੇ ਤੋਜੀਕੇ ਜਹਾਂਗੀਰੀ ਦੇ ਵਿੱਚ ਇੱਕ ਇਤਿਹਾਸ ਦੇ ਬੋਲ ਹਨ, ਲਿਖੇ ਹਨ। ਮੈਂ ਉਹ ਬੋਲ ਆਪ ਨੂੰ ਦੁਹਰਾ ਦਿਆਂ। ਉਹ ਬੋਲ ਸਨ ਕਿ ਦਰਿਆਏ ਬਿਆਸਾ ਦੇ ਕਿਨਾਰੇ ਅਰਜਨ ਨਾਮੇ ਗੁਰੂ ਰਹਿੰਦਾ ਹੈ। ਬਹੁਤ ਸਾਰੇ ਹਿੰਦੂ ਤੇ ਬੇਸਮਝ ਮੁਸਲਮਾਨ ਉਹਨੂੰ ਆਪਣਾ ਗੁਰੂ ਤੇ ਪੀਰ ਮੰਨਦੇ ਹਨ। ਮੈਂ ਮੁਰਤਜ਼ਾ ਖਾਨ ਨੂੰ ਆਰਡਰ ਕੀਤਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਖਤਮ ਕਰ ਦਿੱਤਾ ਜਾਏ, ਉਹਨਾਂ ਦਾ ਘਰ ਕਾਟ ਲੁੱਟ ਲਿਆ ਜਾਏ, ਤੇ ਇਹ ਜਿਹੜੀ ਝੂਠ ਦੀ ਦੁਕਾਨ ਹੈ ਇਹਨੂੰ ਸਦਾ ਲਈ ਬੰਦ ਕਰ ਦਿੱਤਾ ਜਾਏ। ਇਹ ਮੈਂ ਅਰਜ਼ ਕਰਾਂ ਜਹਾਂਗੀਰ ਦੀ ਲਿਖਤ ਹਨ। ਪਰ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰਿਆਈ ਤੇ ਬੈਠੇ, ਮਹਾਰਾਜ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ। ਮਹਾਰਾਜ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਕਤ ਦੇ ਉਸ ਹੁਕਮਰਾਨ ਜਹਾਂਗੀਰ ਨੂੰ ਚੈਲੰਜ ਕੀਤਾ ਹੈ। ਤੇ ਉੱਥੇ ਸਿੱਖ ਤਵਾਰੀਖ ਦੇ ਮੁਤਾਬਕ ਇਹ ਇੱਕ ਬੜੀ ਵੱਡਾ ਛੜਯੰਤਰ ਰਚਿਆ ਗਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦੀ ਬਣਾਇਆ ਗਿਆ। ਇੱਥੇ ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂ, ਜਿਨ੍ਹਾਂ ਨੇ ਗਵਾਲੀਅਰ ਦਾ ਕਿਲਾ ਦੇਖਿਆ, ਮੈਂ ਬਹੁਤ ਦੇਖਿਆ ਹੈ, ਅਤੇ ਮੈਨੂੰ ਮੇਰੀਆਂ ਯਾਦਾਂ ਵੀ ਕਾਫੀ ਜੁੜੀਆਂ ਹੋਈਆਂ। ਮੇਰਾ ਖਿਆਲ ਹੈ ਕਿ ਜਦੋਂ ਮੈਂ ਕਥਾ ਆਰੰਭ ਕੀਤੀ ਤੇ ਮੇਰਾ ਪੰਜਾਬ ਤੋਂ ਬਾਹਰ ਪਹਿਲਾ ਟ੍ਰਿਪ ਹੀ ਗਵਾਲੀਅਰ ਸੀ। ਉੱਥੇ ਫੂਲ ਬਾਗ ਲਸ਼ਕਰ ਇੱਕ ਗੁਰਦੁਆਰਾ ਹੈ, ਥੱਲੇ ਆਓ ਕਿਲੇ ਤੋਂ, ਅਤੇ ਉੱਪਰ ਉਹ ਕਿਲੇ 'ਚ ਗੁਰਦੁਆਰਾ ਹੈ। ਮੈਂ ਉਦੋਂ ਦਾ ਉੱਥੇ ਹਾਜ਼ਰੀ ਭਰ ਰਿਹਾ। ਜਿਨ੍ਹਾਂ ਨੇ ਗਵਾਲੀਅਰ ਦਾ ਕਿਲਾ ਦੇਖਿਆ ਹੈ, ਉਹਦੇ ਨਾਲ ਕੁਝ ਇਤਿਹਾਸ ਦੇ ਬੋਲ ਹਨ, ਥੋੜ੍ਹਾ ਜਿਹਾ ਧਿਆਨ ਨਾਲ ਸਰਵਣ ਕਰਨਾ। ਦੋ ਤਰ੍ਹਾਂ ਦੇ ਕੈਦੀ ਹੁੰਦੇ ਹਨ ਆਮ ਤੌਰ ਦੇ ਉੱਤੇ। ਅੱਜ ਵੀ ਜਦੋਂ ਜੱਜ ਦੇ ਟਰਾਇਲ ਚੱਲਦਾ ਹੈ ਨਾ ਇੰਡੀਆ ਦੇ ਵਿੱਚ, ਇੰਡੀਆ ਦੀ ਕੋਰਟ ਦੇ ਵਿੱਚ, ਤੇ ਉੱਥੇ ਦੋ ਤਰ੍ਹਾਂ ਦੇ ਕੈਦੀ ਹਨ। ਇੱਕ ਕੈਦੀ ਹਨ ਜਿਨ੍ਹਾਂ ਨੂੰ ਕਹਿੰਦੇ ਨੇ ਬੰਦੀ, ਇੱਕ ਹਨ ਜਿਨ੍ਹਾਂ ਨੂੰ ਕਹਿੰਦੇ ਨੇ ਕੈਦੀ। ਉਹਨਾਂ ਨੂੰ ਕਹਿੰਦੇ ਨੇ ਕਾਰਾਗ੍ਰਹਿ ਦੇ ਵਿੱਚ, ਕਾਰਾਗ੍ਰਹਿ ਅਸਥ ਹੈ। ਬੰਦੀ ਉਹ ਹੁੰਦੇ ਹਨ ਜਿਨ੍ਹਾਂ ਦਾ ਟਰਾਇਲ ਚੱਲ ਰਿਹਾ ਹੈ, ਮੈਂ ਅਰਜ਼ ਕਰਾਂ ਜਿਨ੍ਹਾਂ ਦੀ ਬੇਲ ਹੋਣ ਦੀ ਆਸ ਹੈ। ਪਰ ਕੈਦੀ ਉਹ ਹੁੰਦੇ ਹਨ ਜਿਨ੍ਹਾਂ ਨੂੰ ਜੱਜ ਨੇ ਫਾਈਨਲ ਡਿਸੀਜਨ ਦੇ ਦਿੱਤਾ ਹੈ,
ਕੋਰਟ ਨੇ ਆਰਡਰ ਕਰ ਦਿੱਤਾ ਹੈ ਕਿ ਇਹਨਾਂ ਨੂੰ 10 ਸਾਲ ਬਾਮਸ਼ੱਕਤ ਕੈਦ, ਉਹਨਾਂ ਨੂੰ ਕੈਦੀ ਕਹਿੰਦੇ ਹੈ, ਪਰ ਜਿਨ੍ਹਾਂ ਦਾ ਟਰਾਇਲ ਚੱਲ ਰਿਹਾ ਹੈ ਉਹਨਾਂ ਨੂੰ ਬੰਦੀ ਕਹਿੰਦੇ ਹਨ। ਮੈਂ ਅਰਜ਼ ਕਰਾਂ, ਇਹ ਜਿਹੜਾ ਗਵਾਲੀਅਰ ਦੀ ਜੇਲ੍ਹ ਹੈ ਇਹ ਇੱਕ ਬੜਾ ਵੱਡਾ ਕੈਦਖਾਨਾ ਹੈ। ਤੇ ਜੋ ਗੱਲ ਦਾਸ ਕਹਿ ਰਿਹਾ ਹੈ, ਤੁਸੀਂ ਸ਼ਾਇਦ ਦਰਸ਼ਨ ਕੀਤੇ ਹੋਣ, ਮੈਂ ਵੀ ਉੱਥੇ ਕਾਫੀ ਸਮਾਂ ਬਤੀਤ ਕੀਤਾ ਹੈ। ਉੱਥੇ ਅੱਜ ਵੀ ਉਹ ਪਿੱਲਰ ਮੌਜੂਦ ਹਨ ਜਿੱਥੇ ਉਹ ਰਾਜਿਆਂ ਨੂੰ ਬੰਦੀ ਬਣਾਇਆ ਜਾਂਦਾ ਸੀ। ਆਮ ਤੌਰ 'ਤੇ ਪੁਰਾਣੇ ਜ਼ਮਾਨੇ ਵਿੱਚ, ਮੁਗਲ ਪੀਰੀਅਡ ਦੇ ਵਿੱਚ, ਮਹਾਭਾਰਤ ਦੇ ਪੀਰੀਅਡ ਦੇ ਵਿੱਚ ਜਦੋਂ ਰਾਜੇ ਲੜਦੇ ਸਨ ਤੇ ਰਾਜੇ ਨੂੰ ਕੈਦੀ ਬਣਾ ਲੈਣਾ ਇਸ ਗੱਲ ਦਾ ਸੂਚਕ ਸੀ ਕਿ ਹੁਣ ਸਮੁੱਚੇ ਰਾਜ ਉੱਤੇ ਕਬਜ਼ਾ ਹੋ ਗਿਆ, ਕਿਉਂਕਿ ਰਾਜੇ ਨੂੰ ਹੀ ਕੈਦੀ ਕਰ ਲਿਆ ਹੈ, ਉਹਨੂੰ ਬੰਦੀ ਬਣਾ ਲਿਆ ਹੈ। ਉਸ ਜੇਲ੍ਹ ਦੇ ਵਿੱਚ, ਉਸ ਕੈਦਖਾਨੇ 'ਚ, ਉਸ ਬੰਦੀ ਖਾਨੇ ਦੇ ਵਿੱਚ ਹਿੰਦੁਸਤਾਨ ਦੇ ਜਿਹੜਾ ਹੈ ਉਹ ਜੋਧਪੁਰ ਦਾ ਰਾਜਾ, ਉਹਦੇ ਵਿੱਚ ਕੋਟਾ ਬੂੰਦੀ ਦਾ ਰਾਜਾ, ਉਹਦੇ ਵਿੱਚ ਜੈਸਲਮੇਰ ਦਾ ਰਾਜਾ, ਉਹਦੇ ਵਿੱਚ ਅਜਮੇਰ ਤੋਂ ਇਲਾਵਾ ਅਰਾਵਲੀ ਦਾ ਰਾਜਾ, ਉਹਦੇ ਵਿੱਚ ਮੈਂ ਅਰਜ਼ ਕਰਾਂ ਤਵਾਰੀਖ ਦੇ ਮੁਤਾਬਕ ਮੈਂ ਬੇਨਤੀ ਕਰਾਂ ਉੱਥੇ ਅੱਜ ਵੀ ਉਹ ਪਿੱਲਰ ਮੌਜੂਦ ਹੈ। ਕਈ ਰਾਜੇ ਜਿਨ੍ਹਾਂ ਦੀ ਗਿਣਤੀ 50 ਤੋਂ ਜ਼ਿਆਦਾ ਹੈ, ਉਹ ਜਹਾਂਗੀਰ ਨੇ ਅੰਦਰ ਜਿਹੜੇ ਬੰਦ ਕੀਤੇ ਹਨ ਤੇ ਜਿਨ੍ਹਾਂ ਦੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ, ਜਿਨ੍ਹਾਂ ਦੇ ਬਾਹਰ ਨਿਕਲਣ ਦਾ ਕੋਈ ਮਾਰਗ ਨਹੀਂ ਹੈ। ਇੰਜ ਕਹੀਏ ਕਿ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਉੱਥੇ ਬੰਦੀ ਬਣਾਇਆ ਗਿਆ ਹੈ, ਉੱਥੇ ਕੈਦੀ ਬਣਾਇਆ ਗਿਆ ਹੈ। ਪਰ ਜਦੋਂ ਅਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਮੈਂ ਕਈ ਵਾਰ ਸੋਚਦਾ ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਬੰਦੀ ਖਾਨੇ 'ਚ ਗਏ ਤੇ ਪਤਾ ਕਿਉਂ ਹਜ਼ੂਰ ਗਏ? ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਵੀ ਚੋਜ ਹੈ, ਇਹ ਵੀ ਉਹਨਾਂ ਦੀ ਬਖਸ਼ਿਸ਼ ਹੈ। ਉੱਥੇ ਉਹ ਬੰਦੀਆਂ ਨੂੰ ਮੁਕਤ ਕਰਨ ਗਏ ਹਨ, ਕਿਉਂਕਿ ਗੁਰੂ ਦਾ ਸੁਭਾਅ ਪਤਾ ਕੀ ਹੈ? ਗੁਰੂ ਦਾ ਇੱਕ ਲਕਸ਼ ਹੈ, ਗੁਰੂ ਦਾ ਇੱਕ ਨੇਚਰ ਹੈ ਕਿ ਦਇਆ ਕਰਨੰ, ਦੁੱਖ ਹਰਣੰ, ਉਚਰਨ ਨਾਮ ਕੀਰਤਨੈ, ਦਿਆਲ ਪੁਰਖ ਭਗਵਾਨੇ, ਨਾਨਕ ਲਿਪਤ ਨਾ ਮਾਇਆ। ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਬੰਦੀ ਖਾਨੇ 'ਚ ਮੌਜੂਦ ਹਨ। ਤੇ ਮੈਂ ਅਰਜ਼ ਕਰਾਂ, ਮੈਂ ਮੁਕਤਸਰ ਹੀ ਗੁਜ਼ਾਰਿਸ਼ ਕਰਾਂ, ਅੰਮ੍ਰਿਤਸਰ ਦੀ ਧਰਤੀ 'ਤੇ ਹਾਹਾਕਾਰ ਮਚ ਗਈ ਹੈ, ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸਿੱਖ ਬੜਾ ਪਿਆਰ ਕਰਦੇ ਹਨ। ਸਿੱਖ ਦਾ ਵਾਕਈ ਗੁਰੂ ਨਾਲ ਪਿਆਰ ਹੈ। ਤੇ ਉਹ ਪਿਆਰ ਪਤਾ ਕਿਤਨਾ ਹੈ? ਭਾਈ ਗੁਰਦਾਸ ਜੀ ਨੇ ਆਪਣੀ ਇੱਕ ਬਚਨ ਦੇ ਵਿੱਚ ਕਿਹਾ, ਉਹ ਕਹਿੰਦੇ ਨੇ, ਅਸਨ ਬਸਨ ਦਾਨ ਦਾਮ ਕਾਹੂ ਮੈਂ ਨਾ ਦੇਖਿਓ, ਜੈਸੇ ਗੁਰਸਿੱਖ ਕੋ ਸਾਧ ਸੰਗ ਨਾਤਾ ਹੈ। ਅੰਮ੍ਰਿਤਸਰ ਦੀ ਧਰਤੀ 'ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਭੌਰੇ ਬਹਿਬਲ ਹੋ ਰਹੇ ਹਨ। ਮਹਾਰਾਜ ਦੇ ਦਰਸ਼ਨ ਨਹੀਂ ਹੋ ਰਹੇ। ਅਕਾਲ ਤਖਤ ਸਾਹਿਬ ਦਾ ਉਹ ਸਿੰਘਾਸਣ ਖਾਲੀ ਹੈ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਬਿਰਾਜਮਾਨ ਹੁੰਦੇ ਹਨ। ਕਹਿੰਦੇ ਨੇ ਅੰਮ੍ਰਿਤਸਰ ਤੋਂ ਸਿੱਖ ਸੰਗਤਾਂ ਇਤਨੀਆਂ ਬਹਿਬਲ ਹੋਈਆਂ ਹੈ, ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਕਹਿੰਦੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ। ਤੇ ਜੋ ਗੱਲ ਮੈਂ ਕਹਿ ਰਿਹਾ ਉਹ ਧਿਆਨ ਨਾਲ ਸਰਵਣ ਕਰਨਾ। ਦਿਸ ਇਜ਼ ਏ ਨਾਟ ਇਮੈਜਿਨਰੀ ਥਿੰਗ, ਦਿਸ ਇਜ਼ ਏ ਨਾਟ ਥਾਟ, ਇਹ ਇਤਿਹਾਸ ਹੈ। ਅੱਜ ਵੀ ਅੰਮ੍ਰਿਤਸਰ ਤੋਂ ਗਵਾਲੀਅਰ ਕੋਈ 600 ਮੀਲ ਦੀ ਦੂਰੀ 'ਤੇ ਹੈ। 600 ਮੀਲ ਦੀ ਦੂਰੀ ਥੋੜ੍ਹੀ ਨਹੀਂ। ਦੇਖੋ ਧੰਨ ਬਾਬਾ ਬੁੱਢਾ ਸਾਹਿਬ ਕੁਝ ਸਿੱਖਾਂ ਨੂੰ ਲੈ ਕੇ ਉਹ ਗਵਾਲੀਅਰ ਦੇ ਕਿਲੇ ਤੀਕਰ ਪਹੁੰਚੇ ਹਨ। ਤੇ ਦੇਖੋ ਕਿਤਨੀ ਵੱਡੀ ਭਗਤੀ ਹੈ, ਕਿਤਨਾ ਵੱਡਾ ਉਹਨਾਂ ਦਾ ਜਪ ਤਪ ਹੈ, ਕਿਤਨਾ ਵੱਡਾ ਗੁਰੂ ਨਾਲ ਪਿਆਰ ਹੈ। ਸਰੀਰ ਬੁੱਢਾ ਬਜ਼ੁਰਗ ਹੁੰਦਿਆਂ ਵੀ ਇੰਨਾ ਲੰਬਾ ਸਫ਼ਰ ਤੈਅ ਕਰਕੇ ਧੰਨ ਬਾਬਾ ਬੁੱਢਾ ਸਾਹਿਬ ਗਵਾਲੀਅਰ ਦੇ ਕਿਲੇ 'ਚ ਅਰਦਾਸ ਕਰ ਰਹੇ ਹਨ, ਉੱਥੇ ਪ੍ਰਾਰਥਨਾ ਕਰਦੇ ਹਨ। ਤੇ ਪ੍ਰਾਰਥਨਾ ਕੀ ਕਰਦੇ ਹਨ? ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਏ। ਮੈਂ ਅਰਜ਼ ਕਰਾਂ ਉਹ ਕਿਲੇ ਤੀਕਰ ਅਪਰੋਚ ਨਹੀਂ ਹੈ। ਜਿਨ੍ਹਾਂ ਨੇ ਗਵਾਲੀਅਰ ਦਾ ਕਿਲਾ ਦੇਖਿਆ ਹੈ, ਮੈਂ ਉਸ ਇਲਾਕੇ ਦੇ ਵਿੱਚ ਬਹੁਤ ਸਾਰਾ ਭਰਮਣ ਕੀਤਾ। ਮੈਂ ਅਰਜ਼ ਕਰਾਂ ਗਵਾਲੀਅਰ ਦਾ ਕਿਲਾ ਇਤਨਾ ਹਾਈਟ 'ਤੇ ਹੈ ਕਿ ਰੇਲਵੇ ਸਟੇਸ਼ਨ 'ਤੇ ਅੱਜ ਜਦੋਂ ਜਾਈਦਾ ਨਾ, ਅੱਜ ਦੀ ਗੱਲ ਮੈਂ ਕਰ ਰਿਹਾ, ਤੇ ਉੱਥੇ ਸਭ ਤੋਂ ਪਹਿਲੇ ਦਾਤਾ ਬੰਦੀ ਛੋੜ ਗੁਰਦੁਆਰਾ ਹੀ ਨਜ਼ਰ ਆਉਂਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਅਸਥਾਨ ਹੀ ਨਜ਼ਰ ਆਉਂਦਾ ਹੈ। ਇਤਨਾ ਵੱਡਾ ਉਹ ਕਿਲਾ ਹੈ, ਉੱਤੇ ਉਹ ਹਾਈਟ 'ਤੇ ਹੈ। ਤੇ ਥੱਲੇ ਬਾਬਾ ਬੁੱਢਾ ਸਾਹਿਬ ਅਰਦਾਸ ਕਰਦੇ ਹਨ।
ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਜ਼ਿਆਰਤ ਕਦੋਂ ਹੋਏਗੀ, ਤੁਹਾਡੇ ਦਰਸ਼ਨ ਕਦੋਂ ਹੋਣਗੇ। ਅੱਜ ਇਤਿਹਾਸ ਨੇ, ਮੈਂ ਮੁਕਤਸਰ ਹੀ ਗੁਜ਼ਾਰਿਸ਼ ਕਰ ਰਿਹਾ, ਪਲਟਾ ਮਾਰਿਆ। ਉਹ ਜਿਹੜਾ ਜਹਾਂਗੀਰ ਹੈ ਉਹ ਸੁਪਰਸਟੀਸ਼ੀਅਸ ਬਹੁਤ ਹੈ। ਆਮ ਤੌਰ ਦੇ ਉੱਤੇ ਮੈਂ ਬੇਨਤੀ ਕਰਾਂ, ਦੁਨੀਆ ਭਰ ਦੇ ਜਿਹੜੇ ਰਾਜੇ ਹਨ, ਜਾਂ ਇੰਜ ਕਹੀਏ ਦੁਨੀਆ ਭਰ ਦੇ ਜਿਹੜੇ ਅਮੀਰ ਬੰਦੇ ਹਨ, ਦਿਸ ਇਜ਼ ਅ ਸਾਈਕੋਲੋਜੀਕਲ ਇਫੈਕਟ ਔਨ ਦਾ ਮਾਈਂਡ, ਉਹ ਸੁਪਰਸਟੀਸ਼ੀਅਨਸ ਹੁੰਦੇ ਹਨ। ਵਿੱਚ ਤਵਾਰੀਖ ਦੇ ਮੁਤਾਬਕ ਜਹਾਂਗੀਰ ਨੂੰ ਭੈੜੇ ਭੈੜੇ ਸੁਪਨੇ ਆਏ ਹਨ ਅਤੇ ਉਹਨੇ ਸਾਈਂ ਮੀਆਂ ਮੀਰ ਜੀ ਦੇ ਨਾਲ ਗੁਫ਼ਤਗੂ ਕੀਤੀ ਹੈ। ਸਾਈਂ ਮੀਆਂ ਮੀਰ ਜੀ ਨੇ ਕਿਹਾ ਹੈ ਕਿ ਜਹਾਂਗੀਰ, ਤੇਰੇ ਉੱਤੇ ਦੋ ਬੜੇ ਵੱਡੇ ਬਜ਼ਰ ਪਾਪ ਹਨ, ਬਜ਼ਰ ਗੁਨਾਹ ਹਨ। ਇੱਕ ਤੇ ਤੂੰ ਧੰਨ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਇਆ ਹੈ। ਉਹਨਾਂ ਦੀ ਮਹਾਰਾਜ ਦੀ ਮੈਂ ਕਈ ਦਫਾ ਅਰਜ਼ ਕੀਤੀ ਹੈ, ਸ਼ਹਾਦਤ ਦੇ ਬੜੇ ਕਾਰਨ ਹਨ, ਪਰ ਉਹਨਾਂ ਦਾ ਐਬਸੋਲੂਟਲੀ ਸ਼ਹੀਦੀ ਦਾ ਕਾਰਨ ਵਕਤ ਦਾ ਉਹ ਹੁਕਮਰਾਨ ਜਹਾਂਗੀਰ ਹੈ। ਉਹਦਾ ਆਰਡਰ ਹੈ ਕਿ ਮੈਂ ਮੁਰਤਜ਼ਾ ਖਾਨ ਨੂੰ ਆਰਡਰ ਕੀਤਾ ਹੈ ਇਹਨਾਂ ਦਾ ਘਰ ਘਾਟ ਲੁੱਟਿਆ ਜਾਏ। ਇੱਕ ਤੇ ਤੂੰ ਧੰਨ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਇਆ ਹੈ, ਉਹਨਾਂ ਨੂੰ ਖਤਮ ਕਰਾਇਆ ਹੈ, ਅਤੇ ਦੂਸਰਾ ਤੂੰ ਉਹਨਾਂ ਦੇ ਗੁਰੂ ਨਾਨਕ ਦੇ 6ਵੇਂ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਬਣਾਇਆ ਹੈ। ਖੈਰ, ਇਤਿਹਾਸ ਕਹਿੰਦਾ ਉਹ ਜਹਾਂਗੀਰ ਦੇ ਨਾਲ ਇੱਕ ਐਗਰੀਮੈਂਟ ਹੋਇਆ ਹੈ, ਇੱਕ ਪੈਕਟ ਹੋਇਆ ਹੈ ਕਿ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਲੀਜ਼ ਕਰਦਾ ਹੈ। ਪਰ ਮੈਨੂੰ ਤਾਂ ਕਈ ਦਫਾ ਐਸਾ ਪ੍ਰਤੀਤ ਹੁੰਦਾ ਹੈ, ਮੈਂ ਕਈ ਦਫਾ ਅਰਜ਼ ਕੀਤੀ ਹੈ, ਸਾਡਾ ਤਨ ਇੱਕ ਨਹੀਂ ਹੈ, ਸਾਡਾ ਮਨ ਇੱਕ ਨਹੀਂ ਹੈ, ਤਨ ਦੇ ਪਿੱਛੇ ਮਨ ਦੀ ਪੜਤ ਹੈ। ਮੈਂ ਬੇਨਤੀ ਕਰਾਂ, ਮੈਂ ਕਈ ਦਫਾ ਗੁਜ਼ਾਰਿਸ਼ ਕੀਤੀ, ਗੁਰੂ ਦੇ ਬੋਲ ਗੁਰੂ ਦੀ ਬਾਣੀ ਹੈ, ਅਤੇ ਗੁਰੂ ਦੀ ਬਾਣੀ ਦਾ ਸਰੂਪ ਗੁਰੂ ਦਾ ਜੀਵਨ ਹੈ। ਜਦੋਂ ਅਸੀਂ ਮਹਾਰਾਜ ਦੇ ਬੋਲ ਪੜ੍ਹਦੇ ਹਾਂ, ਉੱਥੇ ਬੋਲ ਹਨ, ਗਈ ਬਹੌੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਉੱਥੇ ਧੰਨ ਗੁਰੂ ਅਰਜਨ ਸਾਹਿਬ ਨੇ ਬੰਦੀ ਛੋੜ ਸ਼ਬਦ ਵਰਤਿਆ ਹੈ। ਬੰਦੀ ਛੋੜ ਦਾ ਮਤਲਬ ਹੈ ਜੋ ਬੰਧਨਾਂ ਤੋਂ ਮੁਕਤ ਕਰਾ ਦੇਵੇ, ਜੋ ਆਵਾਗਮਨ ਤੋਂ ਮੁਕਤ ਕਰਾ ਦੇ। ਕੁਛ ਬੰਧਨ ਬਾਹਰ ਹਨ, ਕੁਛ ਬੰਧਨ ਅੰਦਰ ਹਨ। ਮੈਂ ਅਰਜ਼ ਕਰਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਐਗਰੀਮੈਂਟ ਦੇ ਤਹਿਤ ਉੱਥੋਂ ਰਿਲੀਜ਼ ਹੋਣੇ ਹਨ। ਔਰ ਰਿਲੀਜ਼ ਦਾ ਆਰਡਰ ਗਵਾਲੀਅਰ ਦੀ ਧਰਤੀ 'ਤੇ ਪਹੁੰਚਿਆ ਹੈ ਕਿ ਤਤਕਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਲੀਜ਼ ਕੀਤਾ ਜਾਏ, ਅਤੇ ਉਹ ਜਿਹੜੇ ਰਾਜੇ ਹਨ ਉਹ ਮਹਾਰਾਜ ਦੇ ਚਰਨ ਪਰਸਦੇ ਹਨ। ਹਕੀਕਤ ਇਹ ਹੈ, ਵਾਸਤਵਿਕਤਾ ਇਹ ਹੈ, ਰਿਐਲਿਟੀ ਇਹ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਉੱਥੇ ਥੱਲੇ ਇੱਕ ਨੋਟ ਦਿੱਤਾ ਹੈ। ਉਹ ਨੋਟ ਪਤਾ ਕੀ ਹੈ? ਉਹ ਕਹਿੰਦੇ, ਮੈਂ ਤੇ ਸੋਚਦਾ ਹਾਂ ਮੇਰੇ ਸਾਹਿਬਾ, ਤੇਰੇ ਚੋਜ ਵਿਡਾਣਾ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ, ਤੁਹਾਡੇ ਚੋਜਾਂ ਨੂੰ ਕੌਣ ਸਮਝਦਾ ਹੈ? ਦਰਅਸਲ ਹਜ਼ੂਰ ਉੱਥੇ ਗਏ ਹੀ ਬੰਦੀ ਛੋੜ ਲਈ ਹੈ। ਉੱਥੇ ਰਾਜਿਆਂ ਦੀ ਅਰਦਾਸ 'ਤੇ ਗਏ ਹਨ, ਉਹ ਰਾਜੇ ਵਿਰਲਾਪ ਕਰਦੇ ਹਨ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ, ਜੇ ਤੁਸੀਂ ਇੱਥੋਂ ਚਲੇ ਗਏ ਤੇ ਅਸੀਂ ਤੇ ਸਮਝੋ ਮਰੇ ਹੀ ਮਰੇ ਹਾਂ। ਡੈਫੀਨੇਟ ਸਾਡੀ ਜਿਹੜੀ ਮੌਤ ਹੈ ਉਹ ਆਉਣੀ ਹੈ। ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਸ਼ਰਤ ਰੱਖੀ ਹੈ ਕਿ ਸਾਡੇ ਨਾਲ ਇਹ ਰਾਜਿਆਂ ਨੂੰ ਵੀ ਰਿਲੀਜ਼ ਕੀਤਾ ਜਾਏ, ਅਤੇ ਉਹਦਾ ਅਲਟਰਨੇਟ ਇਹ ਲੱਭਿਆ ਗਿਆ ਹੈ ਕਿ ਇੱਕ ਐਸਾ ਚੋਲਾ ਬਣਾਇਆ ਜਾਏ, ਇੱਕ ਐਸਾ ਬਾਣਾ ਬਣਾਇਆ ਜਾਏ, ਜਿਸ ਬਾਣੇ ਦੀਆਂ ਚੋਲੇ ਦੀਆਂ ਕਲੀਆਂ ਪਕੜ ਕੇ ਜਿਤਨੇ ਰਾਜੇ ਨਿਕਲ ਸਕਦੇ ਹਨ ਉਹ ਨਿਕਲ ਜਾਣ। ਮੈਂ ਅਰਜ਼ ਕਰਾਂ, ਸਾਰੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਹਜ਼ੂਰ ਦਾ 50 ਕਲੀਆਂ ਦਾ ਚੋਲਾ ਬਣਾਇਆ ਹੈ। 50 ਕਲੀਆਂ ਦੇ ਚੋਲੇ ਨਾਲ ਇੱਕ ਇੱਕ ਰਾਜਾ ਫੜ ਕੇ ਨਿਕਲਿਆ ਹੈ। 2 ਰਾਜੇ, ਜੋਧਪੁਰ ਦਾ ਰਾਜਾ ਅਤੇ ਆਮੇਰ ਦਾ ਰਾਜਾ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਇਹਨਾਂ ਨੇ ਕਦਮ ਪਕੜ ਲਏ, ਕਹਿੰਦੇ ਮਹਾਰਾਜ ਅਸੀਂ ਤੇ ਇੱਥੇ ਬੜੀ ਬੁਰੀ ਮੌਤ ਮਰਾਂਗੇ, ਅਸੀਂ ਨਿਕਲ ਨਹੀਂ ਸਕਦੇ, ਤੁਹਾਡੇ ਚੋਲੇ ਦੀਆਂ ਕਲੀਆਂ ਸੰਪੂਰਨ ਹੋ ਗਈਆਂ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਮਹਾਰਾਜ ਮੁਸਕਰਾਏ ਹਨ, ਕਹਿੰਦੇ ਚੋਲੇ ਦੀਆਂ ਕਲੀਆਂ ਖਤਮ ਨਹੀਂ ਹੋਈਆਂ, 50 ਕਲੀਆਂ ਹਨ, ਪਰ ਸਾਡੇ 2 ਹੱਥ ਤੇ ਹਨ, ਇਹ ਵੀ ਸਾਡੇ ਸਰੀਰ ਦਾ ਅੰਗ ਹਨ। ਹਜ਼ੂਰ ਦੇ ਉਹ 2 ਹੱਥ ਫੜ ਕੇ ਤਵਾਰੀਖ ਦੇ ਮੁਤਾਬਕ ਅੱਜ ਦੇ ਦਿਨ ਉਹ 52 ਰਾਜੇ, ਉਹ 52 ਰਾਜੇ ਜਿਹੜੇ ਹਨ ਗਵਾਲੀਅਰ ਦੇ ਕਿਲੇ ਤੋਂ ਮੁਕਤ ਹੋਏ ਹਨ।
क्योंकि गुरु का काम ही ये है, जन्म मरण दो हूँ मैं नाही, जन पर उपकारी आए, जी दान दे भगती लाइन, हरसियों लैन मलाए। गुरु का काम ही ये है कि गुरु दया करन आउंदे हन, मेहर करन आउंदे हन। महाराज ने वो जिथे 52 राजियां नूं छड़ाया, उत्थे अमृतसर की धरती ते जदों आए, धन धन बाबा बुढ़ा साहब अगे लैन गए हैं। उथे दीपमाला हुई है ते भाई गुरदास जी ने ओदी शादी बरी है। वो कहते ने दिवाली दी रात दीवे बालीअन। ते अज भी मैं अर्ज करा, जिन्हों ने कल न्यूज़ पढ़ी है, ग्वालियर तो बड़ा वड्डा नगर कीर्तन आया है, अमृतसर की धरती ते उथों चल के आया है। ते जड़ी कल उत्थे दीपमाला रात नूं होई, ਉਹਦਾ ਤੇ ਕਹਿਣਾ ਹੀ ਕਿਹਾ। ਤੇ मैं ਉੱਥੇ ਅਖੀਰ ਦੇ ਵਿੱਚ ਇੱਕ ਬੇਨਤੀ ਕਰਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਲਈ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਚੌਂਕੀਆਂ ਸ਼ੁਰੂ ਕੀਤੀਆਂ। ਦਰਬਾਰ ਸਾਹਿਬ ਅੱਜ ਵੀ ਉਹ ਚੌਂਕੀਆਂ ਚੱਲਦੀਆਂ ਹਨ। ਤੇ ਆਮ ਤੌਰ ਤੇ ਦਰਬਾਰ ਸਾਹਿਬ ਕੀਰਤਨ ਕਦੀ ਵੀ ਸਟਾਪ ਨਹੀਂ ਹੁੰਦਾ। ਉਹ ਦੋ ਐਵੀਡੈਕਸਪੈਕਟ ਤੇ ਕੀਰਤਨ ਸਟਾਪ ਹੁੰਦਾ ਹੈ। ਇੱਕ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਸਰੂਪ ਪਹੁੰਚਦਾ ਹੈ, ਜਦੋਂ महाराज का उत्थे ਸਰੂਪ पहुँचता कीर्तन स्टॉप ਹੁੰਦਾ है, तो ਭੱਟਾਂ ਦੇ ਸਵਈਆਂ ਦਾ ਪਾਠ ਹੁੰਦਾ है। तो एक शाम ਨੂੰ ਜਦੋਂ ਚੌਂਕੀ ਸਾਹਿਬ ਉਹ ਬਾਹਰ ਅਰਦਾਸ ਕਰਦੀ ਹੈ, ਇਹ ਵੀ ਮੈਂ ਅਰਜ਼ ਕਰਾਂ, ਅੰਦਰ ਅਰਦਾਸ ਨਹੀਂ ਕਰਦੇ, ਉਹ ਬਾਹਰ ਅਰਦਾਸ ਕਰਦੇ ਹਨ। ਤੇ ਉੱਥੇ ਕੀਰਤਨ ਸਟਾਪ ਹੁੰਦਾ ਹੈ। ਤੇ ਉੱਥੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ, ਕਹਿੰਦੇ ਮਹਾਰਾਜ ਇਹ ਤੁਹਾਡੀ ਰਿਹਾਈ ਲਈ ਚੌਂਕੀਆਂ ਆਰੰਭ ਕੀਤੀਆਂ। तो मैं अर्ज करा, उत्थे गुरु हरगोबिंद साहब ने एक बचन किया, बाबा बुढ़ा साहब जदों तिकर ये दुनिया रहेगी, ये तुहाड़ियां चौंकियां भी जुगो जुग टल रहणगियां। ये चौंकियां इस तरह चलदियां रहणगियां। अज भी वो चौंकियां मैं आप अरदास भी करते, चौंकियां झंडे बूंगे वो बाबा बुढ़ा साहब ने दिवाली नूं जो प्रथा शुरू की अज भी चल रही है। आप अज दे दिन अरदास करिए, जिथे दीपक जलाने हाँ, जिथे दीवियां च तेल पाने हाँ, उत्थे अरदास करिए साडे अंदर दा दीपक भी जले ते सानू अंदरों भी चानण मिले। ते धन गुरु हरगोबिंद साहब जी दे चरनां च अरदास करिए। गई बहौड़ बंदी छोड़, निरंकार दुखदारी, कर्म न जाना धर्म न जाना, लोभी माया धारी, नाम परयो भगत गोबिंद का, राखो पैज तुम्हारी। धन गुरु हरगोबिंद साहब सानू भी बंधना तो मुक्त करन, सानू भी चरनां दी प्रीत बख्शण, ताकि साडा ये पुरब मनाया सफला होवे। मेरे वालों आप सारियां नूं इस पुरब दीयां लख लख वधाइयां, लख लख शुभकामनावां। धन गुरु हरगोबिंद साहब गुरु ग्रंथ साहब बख्शिश करन, साडे अंदर ज्ञान दा दीपक जले, ताकि साडा पुरब मनाया सफल। समा समाप्त है, इतनी सेवा प्रवान करना। अगला प्रोग्राम सरवण करो। समूह गुरु घर की प्रबंधक टीम का, प्रबंधक सज्जणा का, स्टाफ का दास हार्दिक तौर पर धन्नवादी है। मैं बेनती करदे हां, जिथे अज दिवाली का पुरब है, उत्थे परसों धन धन गुरु ग्रंथ साहब जी का गुरियाई का पुरब भी है, गुरता गद्दी का पुरब भी है। ऐतवार नूं मैं वो बेनतियां करांगा। फिर दास ने प्लेन व्यू भी लगातार हाज़री भरनी है। प्रोग्राम की तफसील आप सरवण करो। होइयां पुल्लां दी खिमा, सिख कौम के नामवर कीर्तनी है, जिन्हों ने मैं पूछया भाई साहब नूं, मैं क्या भाई साहब तुहानूं अद्धी सदी हो गई है? कहंदे अद्धी तो ज़्यादा ही हो गई है। इन्ना वड्डा समा सिख स्टेजां दे उत्ते कीर्तन करते हैं। महाराज की बड़ी बख्शिश है। प्रोग्राम की तफसील सरवण करो। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। इस सन सत्कारयोग ज्ञानी गुरबिंदर सिंह जी मुस्कीन, अज उन्होंने जो सानू धन धन साहिब श्री गुरु हरगोबिंद साहब महाराज जी, जिन्हों का इतिहास सुन करवाया है, तो किस तरह ग्वालियर के किले तो 52 उन्होंने हिंदू राजा छुड़ा के जो